सत श्री अकाल बच्चे। ਆਪਾਂ ਸੈਪਰੇਟਿੰਗ ਕੰਪੋਨੈਂਟਸ ਆਫ ਅ ਮਿਕਸਚਰ ਦੇ ਦੋ ਪਾਰਟਸ ਆਲਰੇਡੀ ਕਰ ਚੁੱਕੇ ਹਾਂ। ਇੱਕ ਤਾਂ ਸੀਗਾ ਕਿ ਇੰਕ ਦੇ ਵਿੱਚੋਂ ਆਪਾਂ ਕਲਰ ਅਤੇ ਲਿਕੁਇਡ ਕੰਪੋਨੈਂਟ ਕਿੱਦਾਂ ਅੱਡ ਕਰਨਾ। ਇੱਕ ਆਪਾਂ ਪੜ੍ਹਿਆ ਕਿ ਅਸੀਂ ਮਿਲਕ ਦੇ ਵਿੱਚੋਂ ਕਰੀਮ ਕਿੱਦਾਂ ਸੈਪਰੇਟ ਕਰਨੀ ਹੈ। ਇਹ ਦੋਵੇਂ ਟੈਕਨੀਕਸ ਆਪਾਂ ਪ੍ਰੀਵੀਅਸ ਵੀਡੀਓ ਦੇ ਵਿੱਚ ਡਿਸਕਸ ਕਰ ਲਈਆਂ ਨੇ। ਹੁਣ ਸਾਡੀ ਥਰਡ ਟੈਕਨੀਕ ਹੈਗੀ ਆ ਕਿ ਅਸੀਂ ਕਿੱਦਾਂ ਸੈਪਰੇਟ ਕਰੀਏ ਮਿਕਸਚਰ ਦੋ ਇਮਮਿਸਿਬਲ ਲਿਕੁਇਡਸ ਦਾ। ਹੁਣ ਉਰੇ ਜਿਹੜਾ ਵਰਡ ਇਮਮਿਸਿਬਲ ਆ ਇਹ ਬਹੁਤ ਇੰਪੋਰਟੈਂਟ ਆ, ਕਿਉਂਕਿ ਅੱਗੇ ਜਾ ਕੇ ਆਪਾਂ ਇੱਕ ਮਿਸਿਬਲ ਲਿਕੁਇਡਸ ਦੀ ਵੀ ਟੈਕਨੀਕ ਡਿਸਕਸ ਕਰਨੀ। ਇਮਮਿਸਿਬਲ ਮੀਨਸ ਜਿਹੜੇ ਮਿਕਸ ਨਾ ਹੁੰਦੇ ਹੋਣ। ਹੁਣ ਇਹਦਾ ਐਗਜ਼ਾਮਪਲ ਆਪਾਂ ਲਈਏ, ਜਿਵੇਂ ਆਇਲ ਅਤੇ ਵਾਟਰ ਮਿਕਸ ਨਹੀਂ ਹੁੰਦੇ ਅਤੇ ਉਹਨਾਂ ਨੂੰ ਆਪਾਂ ਇਮਮਿਸਿਬਲ ਲਿਕੁਇਡਸ ਕਹਾਂਗੇ। ਹੁਣ ਇਹਨੂੰ ਸੈਪਰੇਟ ਕਰਨਾ ਬੜਾ ਈਜ਼ੀ ਆ, ਅਤੇ ਸਾਡੇ ਕੋਲ ਜਿਹੜਾ ਆਪਰੇਟਸ ਅਵੇਲੇਬਲ ਹੈਗਾ ਉਹਦਾ ਨਾਮ ਹੈਗਾ ਸੈਪਰੇਟਿੰਗ ਫਨਲ। ਬੇਸਿਕਲੀ ਹੁੰਦਾ ਕਿ ਇਹਦੇ ਵਿੱਚ ਆਪਾਂ ਜਿਵੇਂ ਮੰਨ ਲਓ ਸਾਡੇ ਕੋਲ ਆਇਲ ਅਤੇ ਵਾਟਰ ਦਾ ਮਿਕਸਚਰ ਆਪਾਂ ਦੋਵੇਂ ਇਹਦੇ ਵਿੱਚ ਐਡ ਕਰ ਦੇਣੇ ਆ, ਅਤੇ ਕੀ ਹੋਣਾ, ਜਿਹੜੀਆਂ ਚੀਜ਼ਾਂ ਮਿਕਸ ਨਹੀਂ ਹੁੰਦੀਆਂ ਉਹ ਪੱਕਾ ਵੱਖਰੀਆਂ ਲੇਅਰਸ ਜ਼ਰੂਰ ਫੋਰਮ ਕਰਦੀਆਂ ਨੇ। ਜਿਵੇਂ ਇੱਥੇ ਆਪਾਂ ਕੈਰੋਸੀਨ ਆਇਲ ਅਤੇ ਵਾਟਰ ਲਿਆ, ਕੈਰੋਸੀਨ ਆਇਲ ਨੇ ਉਤਲੀ ਲੇਅਰ ਬਣਾ ਲਈ, ਥੱਲੇ ਵਾਲੀ ਲੇਅਰ ਜਿਹੜੀ ਆ ਵਾਟਰ ਨੇ ਬਣਾ ਲਈ। ਤਾਂ ਆਪਾਂ ਕੀ ਕਰਾਂਗੇ, ਆਪਾਂ ਇਹਦਾ ਸਟੋਪ ਕੌਕ ਖੋਲ੍ਹਣਾ ਹੈ ਅਤੇ ਆਪਾਂ ਬੜੇ ਹੀ ਕੇਅਰਫੁਲੀ ਵਾਟਰ ਜਿਹੜਾ ਆ ਥੱਲੇ ਡਰੇਨ ਕਰਵਾ ਲੈਣਾ। ਆਪਾਂ ਥੱਲੇ ਇੱਕ ਬੀਕਰ ਰੱਖ ਸਕਦੇ ਹਾਂ, ਵਾਟਰ ਥੱਲੇ ਡਰੇਨ ਕਰਵਾ ਲੈਣਾ ਅਤੇ ਆਪਣੇ ਕੋਲ ਬਚਣਾ ਕੀ ਹੈ, ਸਿਰਫ ਉੱਤੇ ਵਾਲੀ ਲੇਅਰ ਕੈਰੋਸੀਨ ਆਇਲ ਦੀ। ਅਤੇ ਜਿਹੜੀ ਕੈਰੋਸੀਨ ਆਇਲ ਦੀ ਲੇਅਰ ਜਿਵੇਂ ਇੱਥੇ ਰੀਚ ਕਰੂਗੀ ਆਪਾਂ ਸਟੋਪ ਕੌਕ ਨੂੰ ਕਲੋਜ਼ ਕਰ ਦੇਣਾ ਆ। ਦਿਸ ਇਜ਼ ਹਾਊ ਸਾਡੇ ਕੋਲ ਵੱਖਰੇ ਕੰਪੋਨੈਂਟਸ ਅਬਟੇਨ ਹੋ ਜਾਣੇ ਆ। ਕੈਰੋਸੀਨ ਆਇਲ ਅਬਟੇਨ ਹੋ ਜਾਣਾ ਆ ਅਤੇ ਵਾਟਰ ਅਬਟੇਨ ਹੋ ਜਾਣਾ ਆ। ਹੁਣ ਜਿੱਦਾਂ ਮੈਂ ਪ੍ਰੀਵੀਅਸਲੀ ਕਿਹਾ ਸੀ, ਜਿਹੜੀ ਵੀ ਟੈਕਨੀਕ ਆਪਾਂ ਪੜ੍ਹ ਰਹੇ ਹਾਂ ਇਟਸ ਵੈਰੀ ਨੈਸੈਸਰੀ ਕਿ ਸਾਨੂੰ ਉਹਦੀ ਪ੍ਰਿੰਸੀਪਲ ਪਤਾ ਹੋਵੇ। ਹੁਣ ਇਹਦੀ ਪ੍ਰਿੰਸੀਪਲ ਕੀ ਆ ਵੀ ਇਹ ਟੈਕਨੀਕ ਤੁਸੀਂ ਕਿੱਥੇ ਯੂਜ਼ ਕਰ ਸਕਦੇ ਹੋ। ਤੁਸੀਂ ਇਹ ਟੈਕਨੀਕ ਕਿੱਥੇ ਯੂਜ਼ ਕਰ ਸਕਦੇ ਹੋ, ਓਨਲੀ ਇਨ ਦ ਕੇਸ ਆਫ ਇਮਮਿਸਿਬਲ ਲਿਕੁਇਡਸ। ਅਗਰ ਇਮਮਿਸਿਬਲ ਲਿਕੁਇਡਸ ਹੈਗੇ ਨੇ ਤਦ ਤੁਸੀਂ ਸੈਪਰੇਟਿੰਗ ਫਨਲ ਦੀ ਟੈਕਨੀਕ ਯੂਜ਼ ਕਰ ਸਕਦੇ ਹੋ। ਹੁਣ ਕੀ ਇਹਦੇ ਸਾਡੇ ਕੋਲ ਇਹਦੀਆਂ ਐਪਲੀਕੇਸ਼ਨਸ ਹੈਗੀਆਂ ਨੇ? ਅਫਕੋਰਸ ਹੈਗੀਆਂ। ਐਪਲੀਕੇਸ਼ਨਸ ਦਾ ਮਤਲਬ ਕੀ ਹੈ, ਯੂਜ਼ਸ। ਕਿੱਥੇ ਵਰਤੋਂਗੇ ਇਸ ਟੈਕਨੀਕ ਨੂੰ? ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਜੇਕਰ ਆਇਲ ਅਤੇ ਵਾਟਰ ਦੇ ਮਿਕਸਚਰ ਨੂੰ ਸੈਪਰੇਟ ਕਰਨਾ ਹੋਵੇ। ਮੋਰ ਓਵਰ ਜਦੋਂ ਅਸੀਂ ਆਇਰਨ ਓਰ ਦੇ ਵਿੱਚੋਂ ਆਇਰਨ ਨੂੰ ਵੱਖਰਾ ਕਰਦੇ ਹਾਂ ਤਦ ਕੀ ਹੁੰਦਾ, ਜਿਹੜਾ ਆਇਰਨ ਲਾਈਟਰ ਹੁੰਦਾ ਆ ਉਹ ਉੱਤੇ ਓਬਟੇਨ ਹੋ ਜਾਂਦਾ, ਜਿਹੜਾ ਹੈਵੀਅਰ ਮੋਲਟਨ ਆਇਰਨ ਹੁੰਦਾ ਉਹ ਥੱਲੇ ਆ ਜਾਂਦਾ ਹੈ, ਜਿਹਦੇ ਕਰਕੇ ਆਪਾਂ ਹੈਵੀਅਰ ਲੇਅਰ ਜਿਹੜੀ ਆ ਉਹ ਵੱਖਰੀ ਓਬਟੇਨ ਕਰ ਲੈਂਦੇ ਹਾਂ। ਹੁਣ ਬੱਚੇ ਆਪਣੀ ਨੈਕਸਟ ਟੈਕਨੀਕ ਹੈਗੀ ਆ ਫੋਰਥ ਵਨ, ਕਿ ਅਸੀਂ ਕਿੱਦਾਂ ਸੈਪਰੇਟ ਕਰ ਸਕਦੇ ਹਾਂ ਮਿਕਸਚਰ ਆਫ ਸਾਲਟ ਫਰੋਮ ਅਮੋਨੀਅਮ ਕਲੋਰਾਈਡ। ਹੁਣ ਇਹ ਜਿਹੜੀ ਟੈਕਨੀਕ ਆ ਇਹ ਬੜੀ ਇੰਟਰਸਟਿੰਗ ਅਤੇ ਮਿਸਟੀਰੀਅਸ ਕਾਈਂਡ ਆਫ ਟੈਕਨੀਕ ਆ, ਬਿਕੋਜ਼ ਇਹਦੇ ਵਿੱਚ ਜੋ ਹੁੰਦਾ ਆ ਉਹ ਬਹੁਤ ਡਿਫਰੈਂਟ ਆ। ਅਤੇ ਆਪਾਂ ਇਹਦੇ ਜਦ ਤੱਕ ਆਪਾਂ ਇਹਨੂੰ ਸੁਣਦੇ ਨਹੀਂ ਆਪਾਂ ਰੇਅਰਲੀ ਇਹਦੇ ਵੱਲ ਧਿਆਨ ਦਿੱਤਾ ਹੁੰਦਾ। ਦਰਅਸਲ ਇਹ ਟੈਕਨੀਕ ਸਾਰੀ ਘੁੰਮ ਰਹੀ ਆ ਸਬਲੀਮੇਸ਼ਨ ਪ੍ਰੋਸੈਸ ਦੇ ਆਲੇ ਦੁਆਲੇ। ਹੁਣ ਇਹ ਸਬਲੀਮੇਸ਼ਨ ਕੀ ਹੈਗਾ ਹੈ? ਬੇਸਿਕਲੀ ਸਬਲੀਮੇਸ਼ਨ ਹੈਗਾ ਆ ਅਗਰ ਕੋਈ ਕੰਪੋਨੈਂਟ ਆਪਣੀ ਸੋਲਿਡ ਸਟੇਟ ਤੋਂ ਡਾਇਰੈਕਟ ਗੈਸ ਦੇ ਵਿੱਚ ਚੇਂਜ ਹੋ ਰਿਹਾ, ਜਿਹਦੇ ਵਿੱਚ ਉਹ ਲਿਕੁਇਡ ਸਟੇਟ ਦੇ ਵਿੱਚ ਆਇਆ ਹੀ ਨਹੀਂ, ਤਾਂ ਆਪਾਂ ਕਹਾਂਗੇ ਕਿ ਉਹ ਜਿਹੜਾ ਕੰਪਾਊਂਡ ਆ ਉਹ ਸਬਲਾਈਮ ਕਰਦਾ ਹੈ। ਸੋ ਇਹ ਜਿਹੜੀ ਟੈਕਨੀਕ ਆ, ਅਗਰ ਤੁਸੀਂ ਇਹਦੀ ਪ੍ਰਿੰਸੀਪਲ ਪੁੱਛੋ ਕਿ ਇਹ ਕਿਸ ਆਧਾਰ ਦੇ ਉੱਤੇ ਟੈਕਨੀਕ ਕੰਮ ਕਰਦੀ ਆ, ਆਈ ਸ਼ੈਲ ਸੇ ਕਿ ਇਹ ਟੈਕਨੀਕ ਕੰਮ ਕਰਦੀ ਆ ਅਗਰ ਤੁਹਾਡੇ ਕੋਲ ਮਿਕਸਚਰ ਹੈਗਾ containing sublimable compound, then ਤੁਸੀਂ ਇਹ ਟੈਕਨੀਕ ਯੂਜ਼ ਕਰ ਸਕਦੇ ਹੋ, ਕਿਉਂਕਿ ਐਟਲੀਸਟ ਇੱਕ ਚੀਜ਼ ਤੁਹਾਡੇ ਕੋਲ ਸਬਲਾਈਮ ਕਰੇਗੀ ਤਾਂ ਦੂਜੀ ਬਚ ਜਾਏਗੀ। ਸਬਲਾਈਮ ਕਰੇਗੀ ਮਤਲਬ ਕੋਈ ਇੱਕ ਕੰਪਾਊਂਡ ਆਪਣੀ ਸੋਲਿਡ ਸਟੇਟ ਤੋਂ ਗੈਸ ਦੇ ਵਿੱਚ ਚਲਾ ਜਾਏਗਾ ਅਤੇ ਦੂਜਾ ਕੰਪਾਊਂਡ ਉੱਥੇ ਹੀ ਰਹਿ ਜਾਏਗਾ। ਹੁਣ ਇਹਦੇ ਲਈ ਆਪਾਂ ਆਪਰੇਟਸ ਕੀ ਯੂਜ਼ ਕਰਦੇ ਹਾਂ? ਬੜਾ ਹੀ ਸਿੰਪਲ ਆਪਰੇਟਸ ਆ ਜਿਹੜਾ ਲੈਬ ਦੇ ਵਿੱਚ ਅਵੇਲੇਬਲ ਹੁੰਦਾ। ਅਸੀਂ ਕੀ ਕਰਦੇ ਹਾਂ, ਚਾਈਨਾ ਡਿਸ਼ ਲੈਂਦੇ ਹਾਂ ਅਤੇ ਸਾਡੇ ਟੀਚਰ ਲੈਬ ਦੇ ਵਿੱਚ ਤੁਹਾਨੂੰ ਮਿਕਸਚਰ ਦੇ ਦਿੰਦੇ ਹੈਗੇ ਨੇ, ਜਿਹਦੇ ਵਿੱਚ ਇੱਕ ਕਾਮਨ ਸਾਲਟ ਹੁੰਦਾ, ਘਰੇ ਵਰਤਣ ਵਾਲਾ ਸਾਲਟ, ਨਾਲ ਉਹਦੇ ਅਮੋਨੀਅਮ ਕਲੋਰਾਈਡ ਅਵੇਲੇਬਲ ਹੁੰਦਾ। ਤੁਸੀਂ ਉਹਨੂੰ ਚਾਈਨਾ ਡਿਸ਼ ਮਿਕਸ ਕਰਕੇ ਉਹਨੂੰ ਚਾਈਨਾ ਡਿਸ਼ 'ਚ ਪਾ ਲੈਂਦੇ ਹੋ। ਤੁਸੀਂ ਥੱਲੇ ਟਰਾਈਪੋਡ ਸਟੈਂਡ ਰੱਖਦੇ ਹੋ। ਆ ਜਿਹੜਾ 3 ਲੈਗਸ ਵਾਲੇ ਸਟੈਂਡ ਨੂੰ ਟਰਾਈਪੋਡ ਸਟੈਂਡ ਕਹਿੰਦੇ ਆ। ਥੱਲੇ ਬੰਸਨ ਬਰਨਰ ਆ,
ਐਂਡ ਉੱਤੇ ਤੁਸੀਂ ਜਿਹੜੀ ਫਨਲ ਹੈਗੀ ਆ ਉਹ ਇਨਵਰਟਡ ਮਤਲਬ ਮੁੱਦੀ ਮਾਰੀ ਹੋਈ ਆ। ਹੁਣ ਵੇਖੋ ਲੈਟ ਮੀ ਰਾਈਟ ਡਾਊਨ ਜੋ ਜੋ ਚੀਜ਼ਾਂ ਉਰੇ ਅਵੇਲੇਬਲ ਹੈਗੀਆਂ ਨੇ। ਦਿਸ ਇਜ਼ ਚਾਈਨਾ ਡਿਸ਼, ਦੈਨ ਦਿਸ ਇਜ਼ ਵਾਇਰ ਗੌਜ। ਵਾਇਰ ਗੌਜ ਇੱਕ ਜਾਲੀ ਹੁੰਦੀ ਆ ਜਿਹਨੂੰ ਆਪਾਂ ਟਰਾਈਪੋਡ ਸਟੈਂਡ 'ਤੇ ਰੱਖਦੇ ਹਾਂ। ਐਂਡ ਦੈਨ ਟਰਾਈਪੋਡ ਸਟੈਂਡ, ਬੰਸਨ ਬਰਨਰ, ਐਂਡ ਵਾਟ ਇਜ਼ ਦਿਸ? ਦਿਸ ਇਜ਼ ਫਨਲ। ਆਪਾਂ ਮੈਂਸ਼ਨ ਕਰ ਦਿੰਦੇ ਹਾਂ ਇਨਵਰਟਡ ਫਨਲ, ਯਾਨੀ ਕਿ ਜਿਹੜੀ ਮੁੱਦੀ ਮਾਰੀ ਹੋਈ ਹੈ। ਹੁਣ ਆਹ ਚੀਜ਼ ਬੜੀ ਸਪੈਸ਼ਲ ਆ। ਇਨਵਰਟਡ ਫਨਲ ਦੀ ਜਿਹੜੀ ਉੱਤੇ ਵਾਲੀ ਓਪਨਿੰਗ ਆ ਉੱਤੇ ਕਾਟਨ ਪਲੱਗ ਲਾਇਆ ਹੋਇਆ, ਮਤਲਬ ਉਹਨੂੰ ਬੰਦ ਕੀਤਾ ਹੋਇਆ ਉਹਦੀ ਓਪਨਿੰਗ ਨੂੰ। ਐਂਡ ਵਾਟ ਇਜ਼ ਦਿਸ? ਇਹ ਹੁਣ ਮੈਂ ਤੁਹਾਨੂੰ ਪਹਿਲਾਂ ਪ੍ਰੋਸੈਸ ਐਕਸਪਲੇਨ ਕਰਦੀ ਹਾਂ, ਫਿਰ ਤੁਹਾਨੂੰ ਪਤਾ ਲੱਗੂ ਕਿ ਇਹ ਡੈਪੋਜੀਸ਼ਨ ਕੀ ਹੋਈ ਹੋਈ ਆ। ਹੁਣ ਬੱਚੇ ਜਦੋਂ ਆਪਾਂ ਇਹਨੂੰ ਹੀਟ ਕਰਦੇ ਹਾਂ ਤਦ ਕੀ ਹੁੰਦਾ, ਆਪਾਂ ਜਿਹੜਾ ਐਕਚੁਅਲੀ ਨਾ ਆਹ ਜਿਹੜਾ ਮਿਕਸਚਰ ਆ ਇਹ ਦੋ ਚੀਜ਼ਾਂ ਨੇ। ਇਹਦੇ ਵਿੱਚ ਇੱਕ ਤਾਂ ਸਾਲਟ ਆ, ਦੂਜਾ ਇਹਦੇ ਵਿੱਚ ਹੈਗਾ ਅਮੋਨੀਅਮ ਕਲੋਰਾਈਡ। ਜਦੋਂ ਅਸੀਂ ਇਹਨੂੰ ਹੀਟ ਕਰਦੇ ਹਾਂ ਤਾਂ ਕੀ ਹੁੰਦਾ, ਇਹਦੇ ਵਿੱਚ ਜਿਹੜਾ ਅਮੋਨੀਅਮ ਕਲੋਰਾਈਡ ਹੈਗਾ ਸਪੈਸ਼ਲੀ, ਕਿਉਂਕਿ ਉਹ ਤਾਂ ਸਬਲਾਈਮ ਕਰਦਾ, ਤਾਂ ਸੋਲਿਡ ਤੋਂ ਗੈਸ ਦੇ ਵਿੱਚ ਜਾਂਦਾ, ਉਹ ਇੱਥੋਂ ਗੈਸ ਦੇ ਵਿੱਚ ਚੇਂਜ ਹੋ ਜਾਂਦਾ ਅਤੇ ਫਨਲ ਨਾਲ, ਜਿਵੇਂ ਹੀ ਫਨਲ ਨਾਲ ਕਹਿ ਲਓ ਕਿ ਫਨਲ ਤੱਕ ਪਹੁੰਚਦਾ ਆ, ਆਊਟਰ ਐਟਮੋਸਫੇਅਰ ਕੂਲਰ ਹੋਣ ਕਰਕੇ ਇੱਥੇ ਆ ਕੇ ਉਹ ਫਿਰ ਸੋਲਿਡ ਸਟੇਟ 'ਚ ਉੱਤੇ ਫਨਲ ਦੇ ਜਾ ਕੇ ਜੰਮ ਜਾਂਦਾ। ਜਾਣੀ ਕਿ ਇੱਥੋਂ ਅਮੋਨੀਅਮ ਕਲੋਰਾਈਡ ਉੱਠਿਆ ਹੈ ਇਨ ਦ ਫਾਰਮ ਆਫ ਗੈਸ ਅਤੇ ਇੱਥੇ ਆ ਕੇ ਡਿਪੋਜ਼ਿਟ ਹੋ ਗਿਆ। ਕਿਹੜੀ ਫਾਰਮ 'ਚ ਡਿਪੋਜ਼ਿਟ ਹੋ ਗਿਆ? ਸੋਲਿਡ ਫਾਰਮ 'ਚ ਡਿਪੋਜ਼ਿਟ ਹੋ ਗਿਆ। ਸੋ ਮੈਂ ਇਹਨੂੰ ਲਿਖੂੰਗੀ ਵੀ ਇਹ ਸੋਲਿਡਿਫਾਈਡ ਅਮੋਨੀਅਮ ਕਲੋਰਾਈਡ ਹੈ, NH4Cl ਅਮੋਨੀਅਮ ਕਲੋਰਾਈਡ ਆ। ਹੁਣ ਤੁਸੀਂ ਵੇਖੋ ਤੁਹਾਡੇ ਕੋਲ ਚਾਈਨਾ ਡਿਸ਼ 'ਚ ਕੀ ਬਚ ਗਿਆ? ਤੁਹਾਡੇ ਕੋਲ ਚਾਈਨਾ ਡਿਸ਼ 'ਚ ਸਿਰਫ ਕਾਮਨ ਸਾਲਟ ਬਚ ਗਿਆ ਹੈ, ਕਿਉਂਕਿ ਜਿਹੜਾ ਅਮੋਨੀਅਮ ਕਲੋਰਾਈਡ ਆ ਉਹ ਤਾਂ ਬੱਚੇ ਉਹ ਤੁਹਾਡੀ ਜਿਹੜੀ ਇਨਵਰਟਡ ਫਨਲ ਆ ਉਹਦੇ ਨਾਲ ਸੋਲੀਡੀਫਾਈ ਹੋ ਕੇ ਜੰਮ ਗਿਆ। ਤੁਸੀਂ ਫਨਲ ਨੂੰ ਚੱਕਣਾ ਆ, ਰਿਮੂਵ ਕਰਨਾ ਆ ਅਤੇ ਇੱਥੋਂ ਤੁਸੀਂ ਓਬਟੇਨ ਕਰ ਲੈਣਾ ਅਮੋਨੀਅਮ ਕਲੋਰਾਈਡ। ਅਤੇ ਜਿਹੜਾ ਕੁਐਸਚਨ ਕਾਟਨ ਪਲੱਗ ਕਿਉਂ ਲਾਇਆ ਗਿਆ? ਕਾਟਨ ਪਲੱਗ ਦਾ ਰੀਜ਼ਨ ਸੀ ਕਿ ਅਗਰ ਤੁਸੀਂ ਇਹਨੂੰ ਇੱਥੋਂ ਬੰਦ ਨਹੀਂ ਕਰਦੇ, ਇਹ ਪੁਆਇੰਟ ਨੂੰ ਪਲੱਗ ਨਹੀਂ ਕਰਦੇ, ਤਾਂ ਸਾਰੇ ਫਿਊਮਸ ਜਿਹੜੇ ਅਮੋਨੀਅਮ ਕਲੋਰਾਈਡ ਦੇ ਇਸ ਪੁਆਇੰਟ ਤਾਂ ਨਹੀਂ ਬਾਹਰ ਚਲੇ ਜਾਣੇ ਸੀ, ਫਿਰ ਤੁਹਾਨੂੰ ਆ ਸੋਲੀਡੀਫਾਈਡ ਅਮੋਨੀਅਮ ਕਲੋਰਾਈਡ ਮਿਲਣਾ ਹੀ ਨਹੀਂ ਸੀਗਾ। ਦੈਟ ਇਜ਼ ਵਾਈ ਆਪਾਂ ਇਹਨੂੰ ਪਲੱਗ ਕੀਤਾ। So what it is, this technique is called sublimation and principle ਕੀ ਹੈ? Mixtures containing sublimable compound, ਬਹੁਤ ਸਾਰੇ sublimable compounds ਨਹੀਂ, ਇੱਕ ਮਿਕਸਚਰ ਦੇ ਵਿੱਚ ਅਗਰ ਇੱਕ sublimable compound ਹੈਗਾ ਫਿਰ ਤੁਸੀਂ ਇਸ ਟੈਕਨੀਕ ਨੂੰ ਵਰਤ ਸਕਦੇ ਹੋ।